Hello friends, myself ਜਸ਼ਨਦੀਪ ਸਿੰਘ ਲੈਕਚਰਰ ਮਕੈਨੀਕਲ। ਅਸੀਂ ਅੱਜ ਪੜ੍ਹਾਂਗੇ ਟੌਪਿਕ ਥਿਊਰੀ ਆਫ ਮਸ਼ੀਨ ਦੇ ਵਿੱਚ ਸਿੰਪਲ ਮੈਕੈਨਿਜ਼ਮ। ਹੁਣ ਅਸੀਂ ਸਭ ਤੋਂ ਪਹਿਲਾ ਪੁਆਇੰਟ ਹੈ ਮਸ਼ੀਨ। ਵਾਟ ਇਜ਼ ਮਸ਼ੀਨ? ਕੋਈ ਵੀ ਚੀਜ਼ ਜਿੰਨਾ ਸਾਨੂੰ ਕੰਮ ਦੇ ਵਿੱਚ ਲੋੜ ਪਵੇ, ਸਾਡਾ ਕੋਈ ਕੰਮ ਆਸਾਨ ਹੋਵੇ, ਉਹਨੂੰ ਮਸ਼ੀਨ ਕਹਿੰਦੇ ਆ। ਡਿਫਰੈਂਟ ਲਿੰਕਸ ਕਨੈਕਟ ਟੂਗੈਦਰ ਟੂ ਫੋਰਮ ਅ ਕੈਨੇਮੈਟਿਕ ਪੇਅਰ ਲੀਡਸ ਟੂ ਕੈਨੇਮੈਟਿਕ ਚੇਨ ਟੂ ਫੁਲਫਿਲ ਡਿਜ਼ਾਇਰਡ ਵਰਕ। ਇਹਦੇ ਵਿੱਚ ਆਪਾਂ 3 ਵਰਡ ਯੂਜ਼ ਕੀਤੇ, ਲਿੰਕਸ, ਪੇਅਰ, ਚੇਨ। ਅਸੀਂ ਫਰਦਰ ਇਹਨਾਂ ਨੂੰ ਹੀ ਐਕਸਪਲੇਨ ਕਰਾਂਗੇ ਆਪਣੇ ਚੈਪਟਰ ਦੇ ਵਿੱਚ। ਹੁਣ ਮਸ਼ੀਨ ਦੀ ਡੈਫੀਨੇਸ਼ਨ ਹੈ ਬਾਏ ਆਕਸਫੋਰਡ ਯੂਨੀਵਰਸਿਟੀ, ਐਨ apparatus for applying mechanical power consisting of number of irrelated parts each having a definite function. Example, lathe, shaper, car, scooter, etc. Further, theory of machinery is subdivided into kinematics and dynamics. Kinematics, it is a branch of theory of machines which deals with the study of relative motion of various machines elements without taking into consideration the forces producing the motion. Dynamics, which deals with the study of forces impressed upon various parts of machines along with the relative motion with each other, further divided into kinetics and stats. In kinetics, which deals with the inertia forces which occur due to combined effect of mass and motion of machine elements. Stats, which deals with the forces acting on the various machine elements at rest of machine elements is assumed to be zero in this case. Mass of machine elements is assumed to be zero in this case. ਇਸ ਵਿੱਚ ਕੋਈ ਵੀ ਮਾਸ, ਕੋਈ ਵੀ ਕੁਛ ਵੀ ਨਹੀਂ ਹੈ। ਇਹਦੇ ਵਿੱਚ ਸਿਰਫ ਇਨਰਸ਼ੀਆ ਡੀਲ ਕਰਦਾ। ਇਨਰਸ਼ੀਆ ਫੋਰਸਿਸ ਅਕਰ ਕਰਦੀ ਹੈ ਡਿਊ ਟੂ ਕੰਬਾਈਨਡ ਇਫੈਕਟ ਆਫ ਮਾਸ ਐਂਡ ਮੋਸ਼ਨ ਨਾਲ। ਹੁਣ ਸਟੂਡੈਂਟ, ਵਾਟ ਇਜ਼ ਲਿੰਕ? ਲਿੰਕ ਕਿਹਨੂੰ ਕਹਿੰਦੇ ਆ? ਕੋਈ ਵੀ ਚੀਜ਼, ਮਸ਼ੀਨ ਪਾਰਟਸ ਜਿਹਦੇ ਨਾਲ ਮੋਸ਼ਨ ਟਰਾਂਸਫਰ ਹੁੰਦਾ। ਹੁਣ ਸਿੰਪਲ ਡੈਫੀਨੇਸ਼ਨ ਹੈ, ਐਨੀ ਮਸ਼ੀਨ ਪਾਰਟਸ ਵਿਚ ਟਰਾਂਸਮਿਟ ਮੋਸ਼ਨ। ਕੋਈ ਵੀ ਮਸ਼ੀਨ ਪਾਰਟ ਜਿਹੜਾ ਮੋਸ਼ਨ ਟਰਾਂਸਮਿਟ ਕਰੇ, ਫਰਦਰ ਟਰਾਂਸਮਿਟ ਕਰਦਾ ਰਹੇ। ਕੋਈ ਕਿਤੇ ਫੋਰਸ ਅਪਲਾਈ ਹੋਈ ਹੈ, ਫੋਰਸ ਅਪਲਾਈ ਹੋਣ ਨਾਲ ਲਿੰਕਸ ਨੇ ਅਗਰ ਫਰਦਰ ਮੋਸ਼ਨ ਅਪਲਾਈ ਕਰਤਾ। ਹੁਣ ਇਹਦੇ ਵਿੱਚ ਲਿੰਕਸ ਨੇ 3 ਟਾਈਪ ਦੇ ਲਿੰਕਸ ਪੜ੍ਹਾਂਗੇ ਅਸੀਂ ਮੇਨਲੀ। ਸਭ ਤੋਂ ਮੇਨ ਲਿੰਕ ਹੈ ਸਾਡਾ ਰਿਜਿਡ ਲਿੰਕ, ਵਿਚ ਕੈਨ ਨਾਟ ਡਿਫੋਰਮਡ ਵਾਈਲ ਟਰਾਂਸਮਿਟਿੰਗ ਮੋਸ਼ਨ। ਰਿਜਿਡ ਲਿੰਕਸ ਹੈ ਜਿਹੜਾ ਟੁੱਟਦਾ ਹੀ ਨਹੀਂ। ਜਦੋਂ ਆਪਾਂ ਫੋਰਸ ਅਪਲਾਈ ਕਰਦੇ ਹਾਂ ਕੋਈ ਵੀ ਲਿੰਕ 'ਤੇ ਉਹ ਅੱਗੇ ਫਰਦਰ ਪਾਸ ਆਨ ਕਰ ਦਿੰਦਾ। ਫੋਰ ਐਗਜ਼ਾਮਪਲ, ਆਲ ਸੋਲਿਡ ਪਾਰਟਸ ਆਰ ਰਿਜਿਡ ਲਿੰਕਸ। ਐਗਜ਼ਾਮਪਲ, ਪਿਸਟਨ ਐਂਡ ਕਨੈਕਟੀਵਿਟੀ ਰੋਡ। ਪਿਸਟਨ ਅੱਗੇ ਸ਼ਿਫਟ ਕਰ ਦਿੰਦਾ ਫੋਰਸ, ਮੂਵਮੈਂਟ ਮੋਸ਼ਨ ਸ਼ਿਫਟ ਕਰ ਦਿੰਦਾ ਹੈ, ਐਂਡ ਕਨੈਕਟਿੰਗ ਰੋਡ। ਦੂਸਰਾ ਲਿੰਕ ਹੈ ਸਟੂਡੈਂਟਸ ਫਲੈਕਸੀਬਲ ਲਿੰਕ, ਵਿਚ ਕੈਨ ਡਿਫੋਰਮਡ ਵਾਈਲ ਟਰਾਂਸਮਿਟਿੰਗ ਮੋਸ਼ਨ। ਜਿਹੜੇ ਲਿੰਕਸ ਡਿਫੋਰਮਡ ਹੋ ਜਾਂਦੇ ਨੇ ਵਾਈਲ ਟਰਾਂਸਮਿਟਿੰਗ ਮੋਸ਼ਨ। ਫੋਰ ਐਗਜ਼ਾਮਪਲ, ਬੈਲਟ ਡਰਾਈਵ, ਰੋਪ, ਚੇਨ। ਸਟੂਡੈਂਟ ਥਰਡ ਲਿੰਕ ਹੈ ਫਲੂਇਡ ਲਿੰਕ। ਹੁਣ ਫਲੂਇਡ ਤੋਂ ਕੀ ਮਤਲਬ ਹੈ? ਜਿਹੜੇ ਫਲੂਇਡਸ ਦੇ ਵਿੱਚ ਯੂਜ਼ ਹੁੰਦੇ ਆ। ਸਿੰਪਲ ਡੈਫੀਨੇਸ਼ਨ ਇਸ ਦੀ ਵੀ, ਮੋਸ਼ਨ ਇਜ਼ ਟਰਾਂਸਮਿਟਿੰਗ ਵਿਦ ਦ ਹੈਲਪ ਆਫ ਫਲੂਇਡ। ਮੋਸ਼ਨ ਟਰਾਂਸਮਿਟ ਹੋ ਰਿਹਾ ਫਲੂਇਡ ਦੀ ਹੈਲਪ ਨਾਲ। ਜਿਵੇਂ ਕਾਰਸ ਦੇ ਵਿੱਚ ਹੈ ਹਾਈਡ੍ਰੋਲਿਕਸ ਲਿੰਕਸ ਹੈ, ਨਿਊਮੈਟਿਕ ਲਿੰਕਸ ਹੈ। ਇਹਦੇ ਵਿੱਚ ਸਿੰਪਲ ਫਲੂਇਡ ਯੂਜ਼ ਹੁੰਦਾ। ਮੇਨ ਵੈਸੇ ਲਿੰਕ ਹੈਗਾ ਰੀਜਨ ਲਿੰਕ, ਜਿੱਥੇ ਜਿਹੜਾ ਮੈਕਸੀਮਮ ਯੂਜ਼ ਹੁੰਦਾ ਹੈ ਇੰਡਸਟਰੀ ਦੇ ਵਿੱਚ, ਮਸ਼ੀਨ ਦੇ ਵਿੱਚ, ਕਿਉਂਕਿ ਮੈਕਸੀਮਮ ਮਸ਼ੀਨ ਪਾਰਟਸ ਟਰਾਂਸਮਿਟ ਇਸ ਲਿੰਕ ਨਾਲ ਹੁੰਦੇ ਆ, ਰੀਜਨ ਲਿੰਕ ਨਾਲ। ਹੁਣ ਵਿਲ ਸਟੱਡੀ ਵਾਟ ਇਜ਼ ਪੇਅਰ। ਪੇਅਰ ਅਸੀਂ ਪੜ੍ਹਾਂਗੇ ਕੈਨੇਮੈਟਿਕ ਪੇਅਰ। ਸਿੰਪਲ ਡੈਫੀਨੇਸ਼ਨ ਹੈ, ਵੈਨ 2 ਮਸ਼ੀਨ ਪਾਰਟਸ ਔਰ ਲਿੰਕਸ ਕੈਨ ਜੁਆਇਨ ਟੂਗੈਦਰ such that they can move relatively are called kinematic pair. ਕੋਈ ਵੀ 2 ਮਸ਼ੀਨ ਪਾਰਟਸ ਜਾਂ ਲਿੰਕਸ ਆਪਸ 'ਚ ਜਦੋਂ ਜੁਆਇਨ ਕਰ ਦਿੱਤੇ ਜਾਂਦੇ, ਜਦੋਂ ਐਂਡ ਉਹ ਮੂਵ ਕਰ ਜਾਣ, ਉਹਨਾਂ ਨੂੰ ਆਪਾਂ ਪੇਅਰ ਕਹਿੰਦੇ ਹਾਂ। ਅੱਗੇ ਹੈ ਕਲਾਸੀਫਿਕੇਸ਼ਨ ਆਫ ਪੇਅਰ। ਫਸਟ ਕਲਾਸੀਫਿਕੇਸ਼ਨ ਹੈ ਔਨ ਦ ਬੇਸਿਸ ਆਫ ਰਿਲੇਟਿਵ ਮੋਸ਼ਨ ਬਿਟਵੀਨ ਪੇਅਰਸ। फर्स्ट क्लासिफिकेशन है कि रिलेटिव मोशन बिटवीन पेयर। फर्स्ट है टर्निंग पेयर और रेवोल्यूट पेयर। ये पिन है, पिन दे विच एक लिंक है तो दूसरा लिंक है। हुण ये है मूव कर रहा लिंक टू, ये अराउंड मूव कर रहा। ਹੁਣ ਇਹ ਕੀ ਹੈ, ਸਿੰਪਲ ਪਿੰਨ ਹੈ, ਪਿੰਨ ਦੇ ਵਿੱਚ ਇੱਕ ਆਪਾਂ ਇਹ
ਲਿੰਕ ਅਟੈਚ ਕੀਤਾ ਹੋਇਆ। ਹੁਣ ਇਹਦੀ ਐਗਜ਼ਾਮਪਲ ਹੈ ਪਿਸਟਨ ਜਾਂ ਕਨੈਕਟਿੰਗ ਰੋਡ। ਇਹ ਸਿੰਪਲ ਲਿੰਕ ਹੈ, ਇਹਨੂੰ ਆਪਾਂ ਇਹਦੇ ਰਾਊਂਡ ਜਿਹੜਾ ਲਿੰਕ ਹੈ ਇਹ ਇਹਦੇ ਰਾਊਂਡ ਘੁੰਮਦਾ ਰਹਿੰਦਾ, ਟਰਨ ਕਰਦਾ ਰਹਿੰਦਾ ਹੈ, ਇਸ ਕਰਕੇ ਇਹਨੂੰ ਆਪਾਂ ਟਰਨਿੰਗ ਪੇਅਰ ਕਹਿੰਦੇ ਹਾਂ। ਬੀ ਦੂਸਰਾ ਹੈਗਾ ਸਲਾਈਡਿੰਗ ਪੇਅਰ। ਇਹ ਇੱਕ ਸਿੰਪਲ ਲਿੰਕ ਹੈ, ਉਹਦੇ ਉੱਪਰ ਇੱਕ ਸਲਾਈਡਿੰਗ ਹੈ। ਦੂਸਰਾ ਲਿੰਕ ਹੈ ਉਹ ਇੱਕ ਅੱਗੇ ਪਿੱਛੇ ਫ੍ਰਿਕਸ਼ਨ ਨਾਲ ਸਲਾਈਡ ਕਰਦਾ ਹੈ, ਜਿਹਦੇ ਵਿੱਚ ਫ੍ਰਿਕਸ਼ਨ ਕ੍ਰੀਏਟ ਹੁੰਦੀ ਹੈ, ਫੋਰ ਐਗਜ਼ਾਮਪਲ ਪਿਸਟਨ ਐਂਡ ਸਿਲੰਡਰ। ਥਰਡ ਹੈ ਸਫੈਰੀਕਲ ਪੇਅਰ। ਇੱਕ ਸਿੰਪਲ ਇੱਕ ਲਿੰਕ ਹੈ, ਉਹਦੇ ਅਰਾਊਂਡ ਸਫੈਰੀਕਲ 'ਚ ਘੁੰਮਦਾ ਰਹਿੰਦਾ, ਇਹਨੂੰ ਆਪਾਂ ਸਫੈਰੀਕਲ ਪੇਅਰ ਕਹਿੰਦੇ ਆ, ਫੋਰ ਐਗਜ਼ਾਮਪਲ ਬਾਲ ਐਂਡ ਸੌਕਟ ਜੁਆਇੰਟ। ਫੋਰਥ ਹੈਗਾ ਰੋਲਿੰਗ ਪੇਅਰ। ਕੋਈ ਵੀ ਸਿੰਪਲ ਜਿਹੜੀ ਇੱਕ ਸਰਫੇਸ 'ਤੇ ਰੋਲ ਕਰੇ ਉਹਨੂੰ ਆਪਾਂ ਰੋਲਿੰਗ ਪੇਅਰ ਕਹਿੰਦੇ ਹਾਂ। ਅਤੇ ਫਿਰ ਹੈ ਸਕਰੂ ਪੇਅਰ। ਸਕਰੂ ਆਪਾਂ ਇੱਕ ਸਕਰੂ ਥਰੈਡ ਦੇ ਵਿੱਚ ਸਕਰੂ ਅਸੀਂ ਪਾਉਂਦੇ ਹਾਂ, ਉਹਨੂੰ ਰਿਵੋਲਵ ਕਰਦਾ ਜਾਂਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਸਕਰੂ ਥਰੈਡ। ਹੁਣ ਸੈਕਿੰਡ ਹੈ ਕਲਾਸੀਫਿਕੇਸ਼ਨ ਹੈ ਆਫ ਪੇਅਰਸ ਔਨ ਦਾ ਬੇਸਿਸ ਆਫ ਸਰਫੇਸ ਕੰਟੈਕਟ। ਸਰਫੇਸ ਕੰਟੈਕਟ ਦੇ ਵਿੱਚ ਫਸਟ ਹੈ ਲੋਅਰ ਪੇਅਰ। ਲੋਅਰ ਪੇਅਰ ਦੇ ਵਿੱਚ ਹੈ ਸਰਫੇਸ ਕੰਟੈਕਟ ਬਿਟਵੀਨ ਪੇਅਰ। ਹੁਣ ਇੱਕ ਸਿੰਪਲ ਪਿੰਨ ਹੈ, ਪਿੰਨ ਦੇ ਵਿੱਚ ਦੋ ਅਸੀਂ ਲਿੰਕ ਅਟੈਚ ਕਰਤੇ, ਦੋਨੋਂ ਆਪਸ 'ਚ ਕੀ ਹੈ ਘੁੰਮਦੇ ਰਹਿੰਦੇ ਆ। ਲੋਅਰ ਪੇਅਰ ਦੇ ਵਿੱਚ ਆਪਾਂ ਪੜ੍ਹੇ ਸੀਗੇ ਟਰਨਿੰਗ ਪੇਅਰ, ਸਲਾਈਡਿੰਗ ਪੇਅਰ, ਸਲਾਈਡਿੰਗ ਪੇਅਰ ਐਂਡ ਥਰਡ ਸਫੈਰੀਕਲ ਪੇਅਰ। ਇਹ ਤਿੰਨੋਂ ਲੋਅਰ ਪੇਅਰ ਦੇ ਵਿੱਚ ਆ ਜਾਂਦੇ ਆ। ਈਵਨ ਰੋਲਿੰਗ ਪੇਅਰ ਵੀ ਲੋਅਰ ਪੇਅਰ ਦੇ ਵਿੱਚ ਇੰਕਲੂਡ ਹੁੰਦਾ ਹੈ। ਸੈਕਿੰਡ ਹੈ ਹਾਈਅਰ ਪੇਅਰ। ਹਾਈਅਰ ਪੇਅਰ ਦਾ ਮਤਲਬ ਹੈ ਜਿਹਦੇ ਵਿੱਚ ਪੁਆਇੰਟ ਐਂਡ ਲਾਈਨ ਕੰਟੈਕਟ ਹੋਵੇ। ਇਸ ਡਾਇਗਰਾਮ ਤੋਂ ਇਹ ਹੈ ਕੈਮ ਐਂਡ ਫੋਲੋਅਰ ਦੀ ਡਾਇਗਰਾਮ ਹੈ। ਇਹ ਕੈਮ ਅਤੇ ਫੋਲੋਅਰ ਹੈ ਜਿਹੜਾ ਇਹਦੇ ਵਿੱਚ ਅਰਾਊਂਡ ਘੁੰਮ ਰਿਹਾ ਹੈ, ਸਿਰਫ ਇੱਕ ਪੁਆਇੰਟ ਨਾਲ ਕਨੈਕਟ ਹੈ। ਇਹਦੇ ਵਿੱਚ ਟੀਥ ਨੇ ਦੋ, ਮੇਟਿੰਗ ਗੇਅਰਸ ਨੇ, ਇਹਨਾਂ ਦੀ ਇਹ ਕੀ ਹੈ ਦਿਸ ਇਜ਼ ਲਾਈਨ ਕੰਟੈਕਟ ਬਿਟਵੀਨ ਪੇਅਰਸ। ਹੁਣ ਇਹਦੀ ਡੈਫੀਨੇਸ਼ਨ ਹੈ ਪੁਆਇੰਟ ਔਰ ਲਾਈਨ ਕੰਟੈਕਟ ਬਿਟਵੀਨ ਪੇਅਰ, ਫੋਰ ਐਗਜ਼ਾਮਪਲ ਕੈਮ ਐਂਡ ਫੋਲੋਅਰ ਐਂਡ ਮੀਟਿੰਗ ਗੇਅਰ। ਇਸ ਡਾਇਗਰਾਮ ਤੋਂ ਤੁਹਾਨੂੰ ਪਤਾ ਲੱਗ ਗਈ ਹੋਣਾ ਇਸ ਵਿੱਚ ਪੂਰਾ ਲਾਈਨ ਕੰਟੈਕਟ ਹੈ, ਜਿਹਦੇ ਨਾਲ ਇਹ ਮੂਵ ਕਰਦੇ ਨੇ, ਗਰਾਰੀਆਂ ਆਪਸ 'ਚ ਮੂਵ ਕਰਦੀਆਂ ਨੇ, ਇਹਦੇ ਵਿੱਚ ਜੁਆਇੰਟ ਇਹਨੂੰ ਮੂਵ ਕਰਾਉਂਦੀ ਹੈ ਥਰੂ ਲਾਈਨ ਕੰਟੈਕਟ। ਥਰਡ ਹੈ ਰੈਪਿੰਗ ਪੇਅਰ। ਰੈਪਿੰਗ ਪੇਅਰ ਦੇ ਵਿੱਚ ਬੈਲਟ ਪੁਲੀਜ਼ ਵਗੈਰਾ ਅਸੀਂ ਮੰਨਦੇ ਹਾਂ, ਪਰ ਦੇ ਆਰ ਆਲਰੇਡੀ ਮੋਰ ਕਲੋਜ਼ ਟੂ ਹਾਇਰ ਪੇਅਰ। ਇਹਦੇ ਵਿੱਚ ਆਪਾਂ ਹਾਇਰ ਪੇਅਰ ਹੀ ਮੇਨ ਸਾਡਾ ਹੈਗਾ, ਹਾਇਰ ਪੇਅਰ ਹੀ ਮੇਨ ਹੈ ਕਲਾਸੀਫਿਕੇਸ਼ਨ ਆਫ ਪੇਅਰ ਦੇ ਵਿੱਚ ਇਨ ਸਰਫੇਸ ਕੰਟੈਕਟ ਦੇ ਵਿੱਚ। ਥਰਡ ਹੈ ਔਨ ਦਾ ਬੇਸਿਸ ਆਫ ਮੈਕੈਨੀਕਲ ਅਰੇਂਜਮੈਂਟ। ਫਸਟ ਹੈ ਸੈਲਫ ਕਲੋਜ਼ਡ ਪੇਅਰ। ਸੈਲਫ ਕਲੋਜ਼ ਦੇ ਵਿੱਚ ਹੈ ਬਾਲ ਜੁਆਇੰਟਸ ਹੈ ਜਿਹੜੇ ਆਪਸ 'ਚ ਘੁੰਮਦੇ ਰਹਿੰਦੇ ਹੈ। ਹੁਣ ਸੈਕਿੰਡ ਹੈ ਇਹਦੇ ਵਿੱਚ ਫੋਰਸਡ ਕਲੋਜ਼ਡ ਪੇਅਰ। ਹੁਣ ਇੱਕ ਕੈਮ ਐਂਡ ਫੋਲੋਅਰ ਦੀ ਐਗਜ਼ਾਮਪਲ ਅਸੀਂ ਕਰ ਰਹੇ ਹਾਂ। ਹੁਣ ਇਹਦੇ ਨਾਲ ਪੁਆਇੰਟ ਕੰਟੈਂਟ ਦੇ ਨਾਲ ਅਟੈਚਡ ਹੈ, ਪਰ ਇਹਦੇ ਵਿੱਚ ਅਸੀਂ ਸਪਰਿੰਗ ਲਗਾਇਆ, ਐਕਸਟਰਨਲ ਫੋਰਸ ਅਪਲਾਈ ਕੀਤੀ ਹੈ, ਫੋਰਸ ਅਪਲਾਈ ਕੀਤੀ ਹੈ ਬਾਇਆ ਸਪਰਿੰਗ, ਜਿਹਦੇ ਨਾਲ ਸਪਰਿੰਗ ਨਾਲ ਇਹ ਬੰਨਿਆ ਹੋਇਆ ਤਾਂ ਕਿ ਇਹਦੇ ਕੰਟੈਕਟ ਦੇ ਵਿੱਚ ਹੈ। ਇਹਨੂੰ ਅਸੀਂ ਓਪਨ ਪੇਅਰ ਵੀ ਕਹਿ ਸਕਦੇ ਹਾਂ। ਇਸ ਤੋਂ ਬਾਅਦ ਹੈ ਚੇਨ। ਵਾਟ ਇਜ਼ ਚੇਨ? ਕਾਇਨੈਮੈਟਿਕ ਚੇਨ। ਦੇਅਰ ਇਜ਼ ਰਿਲੇਟਿਵ ਮੋਸ਼ਨ ਬਿਟਵੀਨ ਲਿੰਕਸ। ਇਹ ਦੋ ਕੰਡੀਸ਼ਨਾਂ ਫੋਲੋ ਹੋਣੀ ਚਾਹੀਦੀ ਚੇਨ ਦੇ ਵਿੱਚ। ਚੇਨ ਸ਼ੁੱਡ ਬੀ ਕਲੋਜ਼ਡ। ਹੁਣ ਕੋਈ ਵੀ ਚੇਨ ਹੈ ਇਹ ਕਲੋਜ਼ ਹੋਣੀ ਚਾਹੀਦੀ ਆ, ਲਾਈਕ ਦਿਸ। ਹੁਣ ਇਹ ਆਪਸ 'ਚ ਕੀ ਹੈ ਲਿੰਕ 1 2 3 4 ਆਪਸ 'ਚ ਮੂਵ ਕਰਨਗੇ। ਇਹ ਲਿੰਕ ਕੋਈ ਵੀ ਸ਼ੇਪ ਐਂਡ ਸਾਈਜ਼ 'ਚ ਮੂਵ ਕਰ ਸਕਦਾ, ਪਰ ਇਹਦੇ ਵਿੱਚ ਹਮੇਸ਼ਾ ਚੇਨ ਸ਼ੁੱਡ ਬੀ ਕਲੋਜ਼ ਹੋਣੀ ਚਾਹੀਦੀ ਹੈ। Second, what is structure? Structure is an assemblage of a number of resistant bodies having no relative motion between them. ਹੁਣ ਕੋਈ ਵੀ ਸਟਰਕਚਰ ਹੈ ਉਹਦੇ ਵਿੱਚ ਕੋਈ ਵੀ ਮੋਸ਼ਨ ਨਹੀਂ ਹੋਣਾ ਚਾਹੀਦਾ। ਜੇ 1 ਹੈ, ਸੈਕਿੰਡ ਹੈ, ਥਰਡ ਹੈ, ਇਹ ਆਪਸ ਦੇ ਵਿੱਚ ਕਲੋਜ਼ ਕੰਟੈਕਟ ਦੇ ਵਿੱਚ ਸਟੈਂਡ ਕਰਨ। ਸਭ ਤੋਂ ਵਧੀਆ ਐਗਜ਼ਾਮਪਲ ਇਹਦੀ ਰੇਲਵੇ ਬ੍ਰਿਜ ਇਜ਼ ਸਟੇਸ਼ਨਰੀ। ਉਹਦੇ ਵਿੱਚ ਕੀ ਹੈ ਜਿਹੜਾ ਸਟਰਕਚਰ ਹੈ ਆਪਸ ਦੇ ਵਿੱਚ ਕੋਈ ਵੀ ਦੇਰ ਇਜ਼ ਨੋ ਰਿਲੇਟਿਵ ਮੋਸ਼ਨ ਨਹੀਂ ਹੈ ਬਿਟਵੀਨ ਦੈਮ, ਕੋਈ ਵੀ ਪਾਰਟ ਉਹਨਾਂ ਦਾ ਮੂਵ ਨਹੀਂ ਕਰਦਾ, ਇਹਨੂੰ ਸਟਰਕਚਰ ਕਹਿੰਦੇ ਆ। ਸਟੂਡੈਂਟਸ ਦੀ ਪੜ੍ਹੀ ਸੀ ਮਸ਼ੀਨ ਪੜ੍ਹ ਚੁੱਕੇ ਹਾਂ, ਹੁਣ ਸਟਰਕਚਰ ਪੜ੍ਹ ਚੁੱਕੇ ਹਾਂ। ਇਹਨਾਂ ਵਿੱਚ ਡਿਫਰੈਂਸ ਹੈ। ਫਸਟ ਡਿਫਰੈਂਸ, ਇਟ ਟਰਾਂਸਫਾਰਮ ਦਾ ਅਵੇਲੇਬਲ ਐਨਰਜੀ ਇਨਟੂ ਸਮ ਯੂਜ਼ਫੁਲ ਵਰਕ। ਕੋਈ ਵੀ ਮਸ਼ੀਨ ਨਾਲ ਅਵੇਲੇਬਲ ਐਨਰਜੀ ਹੈ, ਜਿਵੇਂ ਕਾਰ ਹੈ, ਸਕੂਟਰ ਹੈ, ਲੇਥ ਮਸ਼ੀਨ ਹੈ, ਸਾਡੀ ਯੂਜ਼ਫੁਲ ਵਰਕ 'ਚ ਆਉਂਦੀ ਹੈ। ਸਟਰਕਚਰ, ਇਟ ਡਜ਼ ਨਾਟ ਟਰਾਂਸਫਾਰਮ ਐਨੀ ਐਨਰਜੀ ਇਨਟੂ ਐਨੀ ਯੂਜ਼ਫੁਲ ਵਰਕ। ਸੈਕਿੰਡ ਡਿਫਰੈਂਸ ਹੈ ਪਾਰਟਸ ਆਫ ਮਸ਼ੀਨਸ ਮੂਵ ਰਿਲੇਟਿਵ ਟੂ ਵਨ ਅਨਦਰ।
ਦ ਪਾਰਟਸ ਆਫ ਸਟਰਕਚਰ ਡੂ ਨਾਟ ਮੂਵ ਰਿਲੇਟਿਵ ਟੂ ਵਨ ਅਨਦਰ, ਇਹਦਾ ਕੋਈ ਵੀ ਪਾਰਟ ਮੂਵ ਨਹੀਂ ਕਰਦਾ ਸਟਰਕਚਰ ਦੇ ਵਿੱਚ। ਲਿੰਕਸ ਆਫ ਮਸ਼ੀਨ ਮੇ ਟਰਾਂਸਮਿਟ ਬੋਥ ਪਾਵਰ ਐਂਡ ਮੋਸ਼ਨ, ਇਹਦੇ ਵਿੱਚ ਲਿੰਕਸ ਨਾਲ ਆਪਾਂ ਲਿੰਕਸ ਪੜ੍ਹੇ ਸੀਗੇ, ਲਿੰਕਸ ਦੇ ਵਿੱਚ ਅਸੀਂ ਪਾਵਰ ਵੀ ਟਰਾਂਸਮਿਟ ਕਰ ਸਕਦੇ ਆ ਬਾਇਆ ਟਰਨਿੰਗ ਔਰ ਸਲਾਈਡਿੰਗ ਪੇਅਰ, ਅਤੇ ਮੋਸ਼ਨ ਵੀ ਟਰਾਂਸਮਿਟ ਕਰ ਸਕਦੇ ਆ। ਇਹਦੇ ਵਿੱਚ ਕੀ ਹੈ, ਮੈਂਬਰਸ ਆਫ ਸਟਰਕਚਰ ਆਰ ਮੈਂਟ ਫॉर ਕੈਰਿੰਗ ਲੋਡ ਓਨਲੀ। ਹੁਣ ਜਿਹੜੇ ਹੈਵੀ ਬ੍ਰਿਜਿਸ ਹੈ ਦੇ ਕੈਨ ਕੈਰੀ ਲੋਡ। ਇਹਦੀ ਐਗਜ਼ਾਮਪਲ ਹੈ ਸਕੂਟਰ, ਕਾਰ, ਲੇਥ। ਇਹਦੀ ਐਗਜ਼ਾਮਪਲ ਹੈ ਬ੍ਰਿਜ, ਬਿਲਡਿੰਗ ਐਕਸੈਕਟਰਾ। ਅਤੇ ਫਰਦਰ ਅਸੀਂ ਪੜ੍ਹਾਂਗੇ ਇਹਦੇ ਇਸ ਤੋਂ ਬਾਅਦ ਚੇਨਸ ਬਾਰੇ, ਚੇਨਸ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ। ਸੋ ਸਟੂਡੈਂਟਸ ਅਸੀਂ ਸਿੰਪਲ ਡੈਫੀਨੇਸ਼ਨ ਪੜ੍ਹੀ ਸੀਗੀ ਮਸ਼ੀਨ ਦੀ, ਡਿਫਰੈਂਟ ਲਿੰਕਸ ਕਨੈਕਟ ਟੂਗੈਦਰ ਟੂ ਫੋਰਮ ਆ ਕੈਨਾਮੈਟਿਕ ਪੇਅਰ ਲੀਡਸ ਟੂ ਕੈਨਾਮੈਟਿਕ ਚੇਨ। ਹੁਣ ਲਿੰਕਸ ਵੀ ਪੜ੍ਹ ਲਿਆ, ਪੇਅਰ ਵੀ ਪੜ੍ਹ ਲਿਆ, ਅਤੇ ਚੇਨ ਵੀ ਅਸੀਂ ਪੜ੍ਹ ਚੁੱਕੇ ਹਾਂ।